गुड आफ्टरनून स्टूडेंट। ਆਪਾਂ ETT ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦਾ ਸਬਜੈਕਟ ਚੱਲ ਰਿਹਾ ਸੀ ਸਕੂਲ ਕਲਚਰ ਲੀਡਰਸ਼ਿਪ ਐਂਡ ਚੇਂਜ। ਉਹਦੇ ਵਿੱਚ ਅੱਜ ਆਪਾਂ ਚੈਪਟਰ ਨੰਬਰ 9 ਕਰਨ ਜਾ ਰਹੇ ਹਾਂ, ਪਾਠ ਯੋਜਨਾ ਲੈਸਨ ਪਲਾਨ। ਸਭ ਤੋਂ ਪਹਿਲਾਂ ਲੈਸਨ ਪਲਾਨ ਕੀ ਹੁੰਦਾ ਹੈ? ਜਦੋਂ ਵੀ ਕੁਛ ਆਪਾਂ ਸਿੱਖਣਾ ਹੁੰਦਾ ਹੈ, ਸਿੱਖਣ ਦੇ ਲਈ ਕਿਸੇ ਵੀ ਚੀਜ਼ ਨੂੰ ਸਿੱਖਣ ਦੇ ਲਈ ਪਹਿਲਾਂ ਉਹਦੀ ਯੋਜਨਾ ਬਣਾਉਣੀ, ਪਲੈਨਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਲਈ ਕਿਸੇ ਵੀ ਪਾਠ ਨੂੰ ਪੜ੍ਹਾਉਣ ਤੋਂ ਪਹਿਲਾਂ ਉਹਦੀ ਪਲੈਨਿੰਗ ਹੋਣੀ ਬਹੁਤ ਜ਼ਰੂਰੀ ਹੈ। ਜੇ ਅਧਿਆਪਕ ਬਿਨਾਂ ਪਲੈਨਿੰਗ ਤੋਂ ਕਲਾਸ ਦੇ ਵਿੱਚ ਆਉਂਦਾ ਹੈ ਤਾਂ ਉਹ ਉਹਨੂੰ ਪਤਾ ਨਹੀਂ ਹੁੰਦਾ ਵੀ ਉਹਦੇ ਸਪੈਸੀਫਿਕ ਜਾਂ ਫਿਰ ਜਨਰਲ ਉਦੇਸ਼ ਕਿਹੜੇ ਆ, ਆਪਦੇ ਜਿਹੜੇ ਉਦੇਸ਼ ਆ ਉਹਨਾਂ ਨੂੰ ਪ੍ਰਾਪਤ ਨਹੀਂ ਕਰ ਪਾਉਂਦਾ। ਇਸ ਲਈ ਸਹੀ ਢੰਗ ਨਾਲ ਹਰੇਕ ਜਮਾਤ ਨੂੰ ਸਹੀ ਕਿਰਿਆਵਾਂ ਕਰਾਉਣ ਲਈ ਇੱਕ ਸਹੀ ਲੈਸਨ ਪਲਾਨਿੰਗ ਹੋਣੀ, ਯੋਜਨਾਬੰਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਜੇ ਆਪਾਂ ਇਹਦਾ ਅਰਥ ਦੇਖੀਏ, ਕਹਿੰਦੇ ਜੇ ਪਾਠ ਯੋਜਨਾ ਦੋ ਸ਼ਬਦਾਂ ਤੋਂ ਬਣਿਆ, ਪਾਠ ਅਤੇ ਯੋਜਨਾ, ਜਿਸ ਦਾ ਅਰਥ ਕੀ ਹੈ? ਪਾਠ ਯੋਜਨਾ ਦੀ ਤਿਆਰੀ ਤੋਂ ਹੈ। ਮਤਲਬ ਪਾਠ ਯੋਜਨਾ ਇੱਕ ਅਜਿਹੀ ਪ੍ਰਕਿਰਿਆ ਹੁੰਦੀ ਹੈ ਜਿਹਦੇ ਵਿੱਚ ਅਧਿਆਪਕ ਪਹਿਲਾਂ ਤੋਂ ਤਿਆਰੀ ਕਰਕੇ ਆਉਂਦਾ ਵੀ ਉਹ ਕਲਾਸ ਵਿੱਚ ਕਿਹੜੇ ਮੈਥਡ ਰਾਹੀਂ ਪੜ੍ਹਾਏਗਾ, ਕਿੰਨਾ ਕੁ ਚੈਪਟਰ ਉਹਨੇ ਪੜ੍ਹਾਉਣਾ ਹੈ, ਕੀ ਉਹਦੇ ਵਿੱਚ ਸਮੱਗਰੀ ਦੀ ਲੋੜ ਹੋਏਗੀ। ਇਹ ਸਾਰੀ ਤਿਆਰੀ ਕਰਕੇ ਅਧਿਆਪਕ ਕਲਾਸ ਵਿੱਚ ਆਉਂਦਾ, ਉਹਨੂੰ ਕੀ ਕਹਿ ਦਿੰਦੇ ਆ? ਲੈਸਨ ਪਲਾਨਿੰਗ ਕਹਿ ਦਿੰਦੇ ਆ। ਤਾਂ ਇਹਦੇ ਵਿੱਚ ਆਪਾਂ ਕੁਛ ਜਿਹੜੇ ਰਾਈਟਰਸ ਆ ਉਹਨਾਂ ਦੀਆਂ ਕਰਾਂਗੇ। ਬੀਨਿੰਗ ਨੇ ਕੀ ਕਿਹਾ? ਦੇ ਸ਼ਬਦਾਂ ਵਿੱਚ ਰੋਜ਼ਾਨਾ ਪਾਠ ਯੋਜਨਾ ਉਦੇਸ਼ਾਂ ਨੂੰ ਪ੍ਰਭਾਸ਼ਿਤ ਕਰਦੀ ਹੈ ਅਤੇ ਵਿਸ਼ਾ ਸਮੱਗਰੀ ਦੀ ਚੋਣ ਨੂੰ ਤਰਤੀਬ ਅਤੇ ਵਿਧੀਆਂ ਬਾਰੇ ਨਿਸ਼ਚਿਤ ਕਰਦੀ ਹੈ। ਮਤਲਬ ਰੋਜ਼ਾਨਾ ਆਪਣੇ ਜਿਹੜੇ ਰੂਟੀਨ ਲਾਈਫ ਦੇ ਵਿੱਚ ਕਿਹੜੇ ਪਾਠ ਪੜ੍ਹਾਏ ਜਾਣਗੇ ਅਤੇ ਉਹਨਾਂ ਦੇ ਲਈ ਕਿਹੜੀ ਸਮੱਗਰੀ ਦੀ ਜ਼ਰੂਰਤ ਪਏਗੀ, ਇਹ ਸਾਰੀ ਲੈਸਨ ਪਲਾਨਿੰਗ ਦੇ ਵਿੱਚ ਹੀ ਆਉਂਦੀ ਹੈ। ਉਸ ਤੋਂ ਬਾਅਦ ਆ ਜਾਂਦਾ ਪਾਠ ਯੋਜਨਾ ਦੀ ਲੋੜ ਅਤੇ ਮਹੱਤਤਾ, ਨੀਡ ਐਂਡ ਇੰਪੋਰਟੈਂਸ ਆਫ ਲੈਸਨ ਪਲਾਨਿੰਗ। ਕਿਉਂ ਜ਼ਰੂਰਤ ਪੈਂਦੀ ਹੈ? ਕਹਿੰਦੇ ਜਿਹੜੀ ਪਾਠ ਯੋਜਨਾ ਹੁੰਦੀ ਹੈ ਉਹ ਅਧਿਆਪਕ ਲਈ ਇੱਕ ਤਰ੍ਹਾਂ ਮੈਪ ਦਾ ਕੰਮ ਕਰਦੀ ਹੈ, ਇੱਕ ਨਕਸ਼ੇ ਦਾ ਕੰਮ ਕਰਦੀ ਹੈ। ਉਸ ਮੈਪ ਨੂੰ ਫੋਲੋ ਕਰਕੇ ਅਧਿਆਪਕ ਬੱਚਿਆਂ ਨੂੰ ਵੀ ਦੱਸ ਸਕਦਾ ਵੀ ਉਹਨਾਂ ਨੇ ਕੀ ਚੀਜ਼ਾਂ ਕਿਵੇਂ ਕਰਨੀਆਂ, ਅਤੇ ਖੁਦ ਨੂੰ ਵੀ ਇੱਕ ਕਲੈਰਿਟੀ ਰਹਿੰਦੀ ਹੈ ਅਧਿਆਪਕ ਨੂੰ ਵੀ ਉਹਨੇ ਕਿਸ ਤਰ੍ਹਾਂ ਦੇ ਕੰਮ ਕਿਵੇਂ ਪਰਫੋਰਮ ਕਰਨੇ ਹੈ। ਤਾਂ ਕਹਿੰਦੇ ਜਿਹੜੀ ਸਫਲ ਪਾਠ ਯੋਜਨਾ ਉਹ 3 ਤੱਤਾਂ ਨਾਲ ਸੰਬੰਧਿਤ ਹੁੰਦੀ ਹੈ। ਸਭ ਤੋਂ ਪਹਿਲਾਂ ਹੈਗੀ ਹੈ ਵਿਦਿਆਰਥੀ ਸਿੱਖਣ ਦੇ ਉਦੇਸ਼, ਸੈਕਿੰਡ ਸਿੱਖਣ ਸਿਖਾਉਣ ਦੀਆਂ ਕਿਰਿਆਵਾਂ, ਥਰਡ ਵਿਦਿਆਰਥੀਆਂ ਨੂੰ ਸਮਝ ਨੂੰ ਜਾਣਨ ਦੀਆਂ ਰਣਨੀਤੀਆਂ। ਦੇਖੋ ਇਹ ਡਾਇਗਰਾਮੈਟਿਕਲੀ ਵੀ ਸ਼ੋਅ ਕੀਤਾ ਹੋਇਆ, ਤੁਸੀਂ ਇਸ ਤਰ੍ਹਾਂ ਡਾਇਗਰਾਮੈਟਿਕ ਬਣਾ ਕੇ ਇਹਨੂੰ ਇੱਕ ਨਾ ਵਧੀਆ ਲੁੱਕ ਦੇ ਸਕਦੇ ਹੋ, ਤਾਂ ਕਰਕੇ ਇਹਨੂੰ ਡਾਇਗਰਾਮੈਟਿਕਲੀ ਤੁਸੀਂ ਦੱਸਣਾ। ਹੁਣ ਇਹਦੀ ਜੇ ਆਪਾਂ ਲੋੜ ਅਤੇ ਮਹੱਤਤਾ ਨੂੰ ਕੁਝ ਕਾਰਨ ਦੇਖੀਏ, ਸਭ ਤੋਂ ਪਹਿਲਾ ਕਾਰਨ ਕੀ ਹੈ? ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ, ਅਚੀਵਮੈਂਟ ਆਫ ਡੈਫੀਨੇਟ ਆਬਜੈਕਟ। ਕਹਿੰਦੇ ਜਦੋਂ ਆਪਾਂ ਪਾਠ ਯੋਜਨਾ ਕਰਦੇ ਹਾਂ, ਕਿਉਂ ਕਰਦੇ ਹਾਂ? ਤਾਂ ਕਿ ਜਿਹੜੇ ਆਪਣੇ ਉਦੇਸ਼ ਹੈ, ਜਿਹੜੇ ਆਪਣੇ ਆਬਜੈਕਟਿਵ ਹੈ, ਹੁਣ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦੇ ਲਈ ਆਪਣੇ ਕੁਛ ਨਾ ਕੁਛ ਆਬਜੈਕਟਿਵ, ਕੁਛ ਨਾ ਕੁਛ ਏਮ ਹੁੰਦੇ ਉਹਦੇ ਪਿੱਛੇ, ਉਹਨਾਂ ਨੂੰ ਲੈ ਕੇ ਆਪਾਂ ਕਰਦੇ ਹਾਂ। ਤਾਂ ਕਹਿੰਦੇ ਇੱਕ ਪਾਠ ਯੋਜਨਾ ਦੀ ਤਿਆਰੀ ਵੀ ਕਿਉਂ ਕੀਤੀ ਜਾਂਦੀ ਹੈ? ਆਪਣੇ ਜਿਹੜੇ ਏਮ ਜਾਂ ਆਬਜੈਕਟਿਵ ਹੈ, ਇੱਕ ਨਿਸ਼ਚਿਤ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਾਂ ਇਹਨੂੰ ਕਰਦੇ ਹਾਂ। ਸੈਕਿੰਡ ਆ ਗਿਆ ਅਧਿਐਨ ਸਮੱਗਰੀ ਸੰਗਠਨ ਦੀ ਸਹਾਇਕ, ਹੈਲਪਫੁਲ ਇਨ ਆਰਗੇਨਾਈਜ਼ਿੰਗ ਸਟੱਡੀ ਮਟੀਰੀਅਲ। ਉਸ ਤੋਂ ਇਲਾਵਾ ਆਪਾਂ ਨੂੰ ਜੇ ਆਪਾਂ ਪਹਿਲਾਂ ਹੀ ਪਲੈਨਿੰਗ ਕੀਤੀ ਹੈ ਪਾਠ ਯੋਜਨਾ ਦੀ, ਪਹਿਲਾਂ ਹੀ ਲੈਸਨ ਪਲੈਨਿੰਗ ਕੀਤੀ ਹੈ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕਿਹੜੀ ਰਿਸੋਰਸ ਦੀ ਜ਼ਰੂਰਤ ਪੈ ਸਕਦੀ ਹੈ, ਸਮੱਗਰੀ ਦੀ ਜ਼ਰੂਰਤ ਪੈ ਸਕਦੀ ਹੈ ਪਾਠ ਨੂੰ ਪੜ੍ਹਾਉਂਦੇ ਹੋਏ, ਤਾਂ ਆਪਾਂ ਉਹਦਾ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਦੇ ਹਾਂ। ਇਸ ਲਈ ਲੈਸਨ ਪਲੈਨਿੰਗ ਆਪਾਂ ਨੂੰ ਅਧਿਐਨ ਸਮੱਗਰੀ ਦੇ ਸੰਗਠਨ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਅਧਿਆਪਨ ਵਿਧੀਆ ਦੀ ਚੋਣ, ਸਿਲੈਕਸ਼ਨ ਆਫ ਟੀਚਿੰਗ ਮੈਥਡ। ਜੇ ਆਪਾਂ ਪਹਿਲਾਂ ਹੀ ਪਲੈਨਿੰਗ ਕਰ ਲੈਂਦੇ ਤਾਂ ਆਪਾਂ ਇਹ ਵੀ ਪਲਾਨ ਕਰਕੇ ਚੱਲਦੇ ਹਾਂ ਵੀ ਇਸ ਪਾਠ ਨੂੰ ਪੜ੍ਹਾਉਣ ਲਈ ਆਪਾਂ ਨੂੰ ਕੀ ਟੀਚਿੰਗ ਮੈਥਡ ਜਿਹੜੇ ਆ ਫੋਲੋ ਕਰਨੇ ਪੈਣਗੇ। ਬਰਬਾਦੀ ਤੋਂ ਬਚਤ, ਪ੍ਰੀਵੈਂਸ਼ਨ ਫਰੋਮ ਵੇਸਟੇਜ। ਆਪਣਾ ਟਾਈਮ ਬਹੁਤ ਜ਼ਿਆਦਾ ਬਚ ਜਾਂਦਾ, ਇੱਕ ਅਧਿਆਪਕ ਦਾ ਸਮਾਂ ਅਤੇ ਸ਼ਕਤੀ ਦੋਨੋਂ ਹੀ ਵੇਸਟ ਹੋਣ ਤੋਂ ਬਚਦੇ ਆ। ਪਲੈਨਿੰਗ ਕੀਤੀ ਹੋਈ ਹੈ, ਕਲਾਸ ਦੇ ਵਿੱਚ ਸਾਰਾ ਮਟੀਰੀਅਲ ਲੈ ਕੇ ਆਉਣਾ, ਪਲਾਨ ਅਕੋਰਡਿੰਗ ਪੜ੍ਹਾਉਣਾ ਹੈ, ਤਾਂ ਜਿਹੜਾ ਟਾਈਮ ਹੈ ਉਹ ਕਾਫੀ ਹੱਦ ਤੱਕ ਸੇਵ ਹੋ ਜਾਂਦਾ ਹੈ। ਆਤਮ ਵਿਸ਼ਵਾਸ, ਸੈਲਫ ਕਾਨਫੀਡੈਂਸ ਜਿਹੜਾ ਟੀਚਰ ਦਾ ਵੱਧ ਜਾਂਦਾ ਹੈ। ਕਿਉਂਕਿ ਉਹਨੂੰ ਆਪਣੇ ਵਿਸ਼ੇ 'ਤੇ ਪੂਰਾ ਗਿਆਨ ਹੁੰਦਾ, ਜਿਹੜਾ ਉਹਨੇ ਕਲਾਸ ਦੇ ਵਿੱਚ ਪੜ੍ਹਾਉਣਾ ਹੈ, ਸਾਰਾ ਸਮੱਗਰੀ ਆਪਣੇ ਨਾਲ ਲੈ ਕੇ ਆਉਂਦਾ, ਤਾਂ ਉਹਦੇ ਵਿੱਚ ਇੱਕ ਸੈਲਫ ਕਾਨਫੀਡੈਂਸ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਵੇਖਣ ਨੂੰ ਮਿਲਦਾ। 7th ਪੁਆਇੰਟ ਇਜ਼ ਢੁਕਵਾਂ ਅਧਿਆਪਨ ਮਾਹੌਲ, ਪ੍ਰੋਪਰ ਟੀਚਿੰਗ ਇਨਵਾਇਰਮੈਂਟ ਬਣਦਾ ਹੈ। ਪ੍ਰੋਪਰ ਟੀਚਿੰਗ ਇਨਵਾਇਰਮੈਂਟ ਕਿਵੇਂ ਬਣਦਾ ਹੈ? ਅਧਿਆਪਕ ਨੇ ਜੋ ਵੀ ਟੀਚਿੰਗ ਮੈਥਡ ਫੋਲੋ ਕੀਤਾ ਉਹਦੇ ਨਾਲ ਰਿਲੇਟਡ ਸਮੱਗਰੀ ਕਲਾਸ ਦੇ ਵਿੱਚ ਲੈ ਕੇ ਆਊਗਾ, ਤਾਂ ਬੱਚਿਆਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰੂਗਾ। ਵੀ ਜਦੋਂ ਕਲਾਸ ਦੇ ਵਿੱਚ ਇੱਕ ਟੀਚਰ ਰੈਡੀ ਹੋ ਕੇ ਪ੍ਰੋਪਰ ਫੋਰਮ ਦੇ ਵਿੱਚ ਜਾਂਦਾ ਤਾਂ ਬੱਚੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਅਤੇ ਚੀਜ਼ ਵੱਲ ਖਿੱਚੇ ਆਉਂਦੇ ਆ। ਤਾਂ ਇੱਕ ਵਧੀਆ ਜਿਹੜਾ ਮਾਹੌਲ ਹੈ, ਪ੍ਰੋਪਰ ਟੀਚਿੰਗ ਇਨਵਾਇਰਮੈਂਟ ਮਾਹੌਲ ਜਿਹੜਾ ਹੈਗਾ ਬੱਚਿਆਂ ਨੂੰ ਮਿਲਦਾ ਜੇ ਪ੍ਰੋਪਰ ਲੈਸਨ ਪਲਾਨਿੰਗ ਕਰਕੇ ਟੀਚਰ ਕਲਾਸ ਦੇ ਵਿੱਚ ਪ੍ਰੈਜੈਂਟ ਕਰਦਾ ਚੀਜ਼ਾਂ ਨੂੰ। 8th ਪੁਆਇੰਟ ਇਜ਼ ਲੜੀਵਾਰ ਗਿਆਨ, ਨੌਲੇਜ ਇਨ ਆਰਡਰ। ਨੌਲੇਜ ਇਨ ਆਰਡਰ ਇਹਦੇ ਵਿੱਚ ਕੀ ਹੈ? ਕਹਿੰਦੇ ਜਿਹੜਾ ਆਪਣਾ ਪਾਠ ਯੋਜਨਾ ਹੈ ਉਹ ਇੱਕ ਸੀਕੁਐਂਸ ਵੇ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਆਪਾਂ ਹਰੇਕ ਚੀਜ਼ ਨੂੰ ਇੱਕ ਸੀਕੁਐਂਸ ਦੇ ਵਿੱਚ ਤਿਆਰ ਕਰਦੇ ਹਾਂ ਵੀ ਕਿਸ ਅਕੋਰਡਿੰਗ ਪਰਫੋਰਮ ਕਰਨਾ ਹੈ, ਤਾਂ ਇੱਕ ਨੌਲੇਜ ਹੋ ਜਾਂਦੀ, ਇੱਕ ਲੜੀਵਾਰ ਗਿਆਨ ਦੇ ਅਕੋਰਡਿੰਗ ਇਹ ਚੱਲਦਾ ਅਤੇ ਬੱਚੇ ਦੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਵਿੱਚ ਕਾਫੀ ਹੈਲਪਫੁਲ ਹੁੰਦਾ ਹੈ। 9th ਇਜ਼ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ, ਸੋਲਿਊਸ਼ਨ ਆਫ ਸਟੂਡੈਂਟਸ ਪ੍ਰੋਬਲਮ। ਉਸ ਤੋਂ ਇਲਾਵਾ ਕਹਿੰਦੇ ਜਦੋਂ ਪਾਠ ਯੋਜਨਾ ਪ੍ਰੋਪਰ ਤਿਆਰ ਕੀਤੀ ਵੀ ਹੁੰਦੀ ਹੈ, ਜੇਕਰ ਵਿਦਿਆਰਥੀਆਂ ਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ
ਤਾਂ ਵਿਦਿਆਰਥੀ ਆਪਣੀਆਂ ਪ੍ਰੋਬਲਮਸ ਟੀਚਰ ਸਾਹਮਣੇ ਰੱਖ ਸਕਦੇ ਆ। ਟੀਚਰ ਉਹਨਾਂ ਨੂੰ ਬਹੁਤ ਹੀ ਵਧੀਆ ਸੁਚਾਰੂ ਢੰਗ ਨਾਲ ਜਿਹੜੇ ਸੋਲਵ ਕਰ ਸਕਦੇ ਆ। ਇਸ ਲਈ ਵਿਦਿਆਰਥੀਆਂ ਦੀਆਂ ਸੋਲਿਊਸ਼ਨ ਕਾਫੀ ਹੱਦ ਤੱਕ ਇਸ ਮੈਥਡ ਦੁਆਰਾ ਮਿਲ ਜਾਂਦੇ ਆ। ਮੁਲਾਂਕਣ ਵਿੱਚ ਸਹਾਇਤਾ ਹੈਲਪਫੁਲ ਇਨ ਇਵੈਲੂਏਸ਼ਨ, ਜੋ ਵੀ ਕਲਾਸ ਵਿੱਚ ਪੜ੍ਹਾਇਆ ਜਾਂਦਾ ਉਹਦੀ ਦੁਹਰਾਈ ਕਰਨੀ ਜਾਂ ਪਿਛਲਾ ਰਿਵਾਈਜ਼ ਕਰਵਾਉਣਾ। ਤਾਂ ਜੇ ਪ੍ਰੋਪਰ ਲੈਸਨ ਪਲੈਨਿੰਗ ਕੀਤੀ ਹੋਈ ਹੈ ਤਾਂ ਜਿਹੜੀ ਹੈ ਪ੍ਰੋਪਰ ਆਪਾਂ ਕਹਿੰਦੇ ਨੇ ਨਾ ਮੁਲਾਂਕਣ ਕਰਨੀ, ਇਵੈਲੂਏਸ਼ਨ ਕਰਨੀ, ਉਹ ਵੀ ਬਹੁਤ ਜ਼ਿਆਦਾ ਈਜ਼ੀ ਹੋ ਜਾਂਦੀ ਹੈ। ਇਹਦੇ ਵਿੱਚ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਅਧਿਆਪਕ ਨੇ ਕਿੰਨਾ ਕੁ ਪੜ੍ਹਾਇਆ, ਵਿਦਿਆਰਥੀ ਨੇ ਕਿੰਨਾ ਕੁ ਸਿੱਖਿਆ, ਕਿੰਨੇ ਕੁ ਸਫਲ ਹੋਏ ਆਪਦੇ ਕੰਮ ਦੇ ਵਿੱਚ, ਉਹ ਸਭ ਕੁਝ ਆਪਾਂ ਨੂੰ ਇਹਦੇ ਵਿੱਚ ਪਤਾ ਲੱਗ ਜਾਂਦਾ। ਅਧਿਆਪਨ ਸੂਤਰਾਂ ਦੀ ਵੰਡ, ਉਸ ਤੋਂ ਇਲਾਵਾ ਜੋ ਵੀ ਅਮੂਰਤ, ਜਾਣ ਤੋਂ ਅਣਜਾਣ, ਅਣਜਾਣ ਤੋਂ ਜਾਣ, ਜੋ ਵੀ ਇਹਨਾਂ ਦੇ ਇੱਕ ਮੈਥਡਸ ਹੁੰਦੇ ਆ ਟੀਚਿੰਗ ਦੇ, ਉਹਨਾਂ ਨੂੰ ਫੋਲੋ ਕਰਨਾ ਵੀ ਸੌਖਾ ਰਹਿੰਦਾ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕਿਰਿਆਵਾਂ ਦਾ ਨਿਰਧਾਰਨ ਉਸ ਤੋਂ ਡਿਟਰਮੀਨੇਸ਼ਨ ਹੋ ਜਾਂਦੀ ਹੈ। ਐਕਟੀਵਿਟੀਜ਼ ਦੀ ਕਿਹੜੀਆਂ ਅਧਿਆਪਕ ਨੇ ਪਰਫਾਰਮ ਕਰਨੀਆਂ, ਕਿਹੜੀਆਂ ਸਟੂਡੈਂਟ ਨੇ ਪਰਫਾਰਮ ਕਰਨੀਆਂ। ਤਾਂ ਇਹ ਐਕਟੀਵਿਟੀਜ਼ ਹੈ ਉਹਨਾਂ ਦੀ ਡਿਵਾਈਡੇਸ਼ਨ ਜਿਹੜੀ ਹੈ ਬਹੁਤ ਈਜ਼ੀ ਹੋ ਜਾਂਦੀ ਹੈ ਜੇ ਆਪਾਂ ਲੈਸਨ ਪਲਾਨਿੰਗ ਕਰਦੇ ਹਾਂ। ਵਿਦਿਆਰਥੀਆਂ ਦੇ ਪੂਰਵ ਗਿਆਨ ਦੀ ਪਰਖ, ਟੈਸਟਿੰਗ ਆਫ ਪ੍ਰੀਵੀਅਸ ਨੌਲੇਜ ਆਫ ਪੀਪਲਸ। ਉਸ ਤੋਂ ਇਲਾਵਾ ਕਹਿੰਦੇ ਵਿਦਿਆਰਥੀਆਂ ਦਾ ਜਦੋਂ ਆਪਾਂ ਕਲਾਸ ਵਿੱਚ ਜਾਣਾ ਹੈ ਤਾਂ ਜੋ ਪਿਛਲੇ ਦਿਨ ਦਾ ਪੜ੍ਹਾ ਕੇ ਆਏ ਹਾਂ, ਪਹਿਲਾਂ ਉਹਦੇ ਬਾਰੇ ਜਾਣਕਾਰੀ ਲੈਣੀ। ਆਪਾਂ ਟੌਪਿਕ ਜਦੋਂ ਪੜ੍ਹਾਉਂਦੇ ਹਾਂ ਨਾ ਤਾਂ ਟੌਪਿਕ ਬਾਰੇ ਥੋੜ੍ਹਾ ਬੱਚਿਆਂ ਨੂੰ ਪੁੱਛਣਾ, ਜਦੋਂ ਆਪਾਂ ਨੂੰ ਪਤਾ ਚੱਲ ਜੇ ਬੱਚਿਆਂ ਨੂੰ ਕਿੰਨੀ ਕੁ ਨੌਲੇਜ ਹੈਗੀ ਹੈ ਤਾਂ ਅੱਗੇ ਟੌਪਿਕ ਪੜ੍ਹਾਉਣ ਦੇ ਵਿੱਚ ਆਪਾਂ ਨੂੰ ਕਾਫੀ ਹੈਲਪ ਰਹਿੰਦੀ ਹੈ। 14 ਇਜ਼ ਅਧਿਆਪਕਾਂ ਦਾ ਮਾਰਗਦਰਸ਼ਕ, ਗਾਈਡ ਫॉर ਦ ਟੀਚਰ। ਟੀਚਰ ਲਈ ਗਾਈਡੈਂਸ ਦਾ ਕੰਮ ਕਰਦਾ ਹੈ। ਜਦੋਂ ਟੀਚਰ ਪ੍ਰੋਪਰ ਪਲੈਨਿੰਗ ਕਰਕੇ ਆਉਂਦੇ ਆ ਇਨ ਦਾ ਕਲਾਸ ਤਾਂ ਉਹਨਾਂ ਨੂੰ ਇੱਕ ਪ੍ਰੋਪਰ ਮਾਰਗਦਰਸ਼ਕ ਦੇ ਰੂਪ ਵਿੱਚ ਉਹ ਆਪਦੇ ਆਪ ਨੂੰ ਰਿਪਰੈਜ਼ੈਂਟ ਕਰ ਪਾਉਂਦੇ ਆ। ਪਾਠ ਦਾ ਸਾਰ ਦੇਣਾ, ਪ੍ਰੋਵਾਈਡ ਸਮਰੀ ਆਫ ਦ ਲੈਸਨ। ਜਦੋਂ ਟੀਚਰ ਖੁਦ ਪ੍ਰੀਪੇਅਰਡ ਹੋ ਕੇ ਆਇਆ ਤਾਂ ਉਹਨੂੰ ਸਮਰੀ ਵੀ ਪਤਾ ਹੁੰਦੀ ਹੈ ਲੈਸਨ ਦੀ। ਤਾਂ ਇੱਕ ਪੂਰਾ ਪੜ੍ਹਾਉਣ ਤੋਂ ਬਾਅਦ ਇੱਕ ਜਿਹੜੀ ਇਹ ਸਮਰੀ ਹੈ ਉਹਨੂੰ ਇੱਕ ਵਧੀਆ ਢੰਗ ਨਾਲ ਬੱਚਿਆਂ ਦੇ ਸਾਹਮਣੇ ਰਿਪਰੈਜ਼ੈਂਟ ਕਰ ਸਕਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਇਹਦੇ ਵਿੱਚ ਪਾਠ ਯੋਜਨਾ ਦੇ ਲਾਭ ਆ ਜਾਂਦੇ ਆ। ਐਡਵਾਂਟੇਜ ਕੀ ਹੈ ਪਾਠ ਯੋਜਨਾ ਦੇ? ਸਭ ਤੋਂ ਪਹਿਲਾਂ ਹੈਗਾ ਢੁਕਵਾਂ ਵਾਤਾਵਰਨ, ਪ੍ਰੋਪਰ ਇਨਵਾਇਰਮੈਂਟ ਮਿਲਦਾ ਬੱਚਿਆਂ ਨੂੰ। ਦੇਖੋ ਜਿਹੜਾ ਆਪਾਂ ਪਿੱਛੇ ਪੜ੍ਹਿਆ ਉਹਨਾਂ ਨੂੰ ਥੋੜ੍ਹਾ ਮੋਡੀਫਾਈ ਕਰਕੇ ਇਹਨਾਂ ਪੁਆਇੰਟਸ ਦੇ ਵਿੱਚ ਜਸਟੀਫਾਈ ਕੀਤਾ ਗਿਆ। ਤਾਂ ਉਹੀ ਹੈ ਢੁਕਵਾਂ ਵਾਤਾਵਰਨ, ਪ੍ਰੋਪਰ ਇਨਵਾਇਰਮੈਂਟ ਹੈ। ਟੀਚਰ ਕਲਾਸ ਵਿੱਚ ਪ੍ਰੋਪਰ ਪਲੈਨਿੰਗ ਲੈ ਕੇ ਆਇਆ, ਪ੍ਰੋਪਰ ਰਿਸੋਰਸਿਸ ਲੈ ਕੇ ਆਇਆ ਅਤੇ ਇੱਕ ਇਨਵਾਇਰਮੈਂਟ ਬਣ ਜਾਂਦਾ। ਬੱਚੇ ਦਾ ਸਾਰਾ ਧਿਆਨ ਸਟੱਡੀ ਵੱਲ ਹੁੰਦਾ ਤਾਂ ਇੱਕ ਪ੍ਰੋਪਰ ਇਨਵਾਇਰਮੈਂਟ ਜਨਰੇਟ ਕਰਨ ਦੇ ਵਿੱਚ ਹੈਲਪਫੁਲ ਹੁੰਦਾ। ਮਨੋਵਿਗਿਆਨਿਕ ਅਧਿਆਪਨ ਹੁੰਦਾ, ਸਾਈਕੋਲੋਜੀਕਲ ਟੀਚਿੰਗ ਹੁੰਦੀ ਹੈ। ਬੱਚਿਆਂ ਨੂੰ ਜਿਹੜੀਆਂ ਸਹਾਇਕ ਸਾਧਨ ਹੈ, ਜੋ ਵੀ ਟੀਚਰ ਨੇ ਟੌਪਿਕ ਪੜ੍ਹਾਉਣਾ ਹੈ ਉਹਦੀਆਂ ਜੋ ਯੋਗਤਾਵਾਂ ਹੈ, ਜੋ ਸੀਮਾਵਾਂ ਹੈ, ਉਸ ਨੂੰ ਨਿਰਧਾਰਿਤ ਕਰਨ ਦੇ ਵਿੱਚ ਕਾਫੀ ਹੈਲਪਫੁਲ ਰਹਿੰਦਾ। ਤਾਂ ਇੱਕ ਬੱਚੇ ਦੀ ਸਾਈਕੋਲੋਜੀ ਦੇ ਲੈਵਲ 'ਤੇ ਇੱਕ ਬਹੁਤ ਵਧੀਆ ਜਿਹੜਾ ਇਹ ਹਿੱਸਾ ਪਾਉਂਦਾ ਹੈ। ਵਿਸ਼ਾ ਵਸਤੂ ਸੀਮਤ, ਲਿਮਿਟਡ ਸਬਜੈਕਟ ਮੈਟਰ। ਉਸ ਤੋਂ ਇਲਾਵਾ ਜਿੰਨਾ ਵਿਸ਼ਾ ਵਸਤੂ ਚਾਹੀਦਾ ਉਹਨਾਂ ਹੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਲਿਮਿਟਡ ਇੱਕ ਸਬਜੈਕਟ ਮੈਟਰ ਹੀ ਪੜ੍ਹਾਇਆ ਜਾਂਦਾ। ਇਹ ਨਹੀਂ ਵੀ ਆਪਾਂ ਫਾਲਤੂ ਦੀਆਂ ਚੀਜ਼ਾਂ ਬੱਚੇ ਨੂੰ ਪੜ੍ਹਾ ਰਹੇ ਹਾਂ। ਦਾ ਇੱਕ ਉਹ ਕੀ ਹੋ ਜਾਂਦਾ, ਇੱਕ ਲਿਮਿਟਡ ਸਬਜੈਕਟ ਮੈਟਰ ਬੱਚੇ ਦੇ ਸਾਹਮਣੇ ਰਿਪਰੈਜ਼ੈਂਟ ਹੋ ਜਾਂਦਾ ਹੈ। ਢੁਕਵੀਂ ਅਧਿਆਪਨ ਸਮੱਗਰੀ ਦੀ ਚੋਣ, ਉਸ ਤੋਂ ਇਲਾਵਾ ਸਿਲੈਕਸ਼ਨ ਆਫ ਪ੍ਰੋਪਰ ਟੀਚਿੰਗ ਐਡ, ਕਿਹੜੀ ਐਡ ਦੁਆਰਾ ਬੱਚਿਆਂ ਨੂੰ ਪੜ੍ਹਾਉਣਾ, ਕੋਈ ਆਡੀਓ, ਵੀਡੀਓ, ਆਡੀਓ ਵਿਜ਼ੂਅਲ ਕੰਬਾਈਨ ਕਰਕੇ ਪੜ੍ਹਾਉਣਾ ਹੈ। ਤਾਂ ਇੱਕ ਪ੍ਰੋਪਰ ਜਿਹੜੀ ਟੀਚਿੰਗ ਐਡਸ ਹੁੰਦੀਆਂ ਉਹਨਾਂ ਨੂੰ ਦੇਖ ਕੇ ਲੋੜੀਂਦੀ ਅਧਿਆਪਨ ਨਿਰਮਾਣ ਦੇ ਵਿੱਚ ਹੈਲਪਫੁਲ ਹੁੰਦਾ ਹੈ। ਪੂਰਵ ਗਿਆਨ 'ਤੇ ਆਧਾਰਿਤ, ਬੇਸਡ ਔਨ ਪ੍ਰੀਵੀਅਸ ਨੌਲੇਜ। ਇਸ ਤੋਂ ਇਲਾਵਾ ਵਿਦਿਆਰਥੀਆਂ ਤੋਂ ਪ੍ਰੀਵੀਅਸ ਨੌਲੇਜ ਦਿੱਤੀ ਜਾਂਦੀ ਹੈ, ਉਹਨਾਂ ਦੇ ਗਿਆਨ 'ਤੇ ਆਧਾਰਿਤ ਹੁੰਦਾ ਹੈ। ਉਹਨਾਂ ਨੂੰ ਆਪਣੇ ਦੇਸ਼ਾਂ ਬਾਰੇ ਪਤਾ ਹੁੰਦਾ ਤਾਂ ਉਹਨਾਂ ਨੂੰ ਪ੍ਰਾਪਤ ਕਰਨਾ ਵੀ ਸੌਖਾ ਹੋ ਜਾਂਦਾ ਹੈ। ਕਿਰਿਆਵਾਂ ਦਾ ਨਿਰਧਾਰਨ ਹੁੰਦਾ, ਡਿਟਰਮੀਨਿੰਗ ਦਾ ਐਕਟੀਵਿਟੀ। ਜੋ ਵੀ ਐਕਟੀਵਿਟੀ ਬੱਚੇ ਨੇ ਪਰਫਾਰਮ ਕਰਨੀ ਹੈ ਉਹਨਾਂ ਨੂੰ ਕਿਵੇਂ ਨਿਰਧਾਰਿਤ ਕਰ ਸਕਦੇ ਹਾਂ, ਕਿਵੇਂ ਫੈਸਲਾ ਲੈ ਸਕਦੇ ਹਾਂ ਸਹੀ, ਉਹਨਾਂ ਵਿੱਚ ਇਹ ਹੈਲਪਫੁਲ ਰਹਿੰਦਾ ਹੈ। ਅਧਿਆਪਨ ਹੁਨਰਾਂ ਦਾ ਵਿਕਾਸ, ਡਿਵੈਲਪਮੈਂਟ ਆਫ ਟੀਚਿੰਗ ਸਕਿੱਲ। ਟੀਚਿੰਗ ਸਕਿੱਲ ਬਹੁਤ ਜ਼ਿਆਦਾ ਵੱਧ ਜਾਂਦੇ ਕਿਉਂਕਿ ਦੇਖੋ ਬੱਚੇ ਅਧਿਆਪਕ ਜਦੋਂ ਕਲਾਸ ਦੇ ਵਿੱਚ ਆਇਆ ਤਾਂ ਪ੍ਰੋਪਰ ਟੀਚਿੰਗ ਸਕਿੱਲਸ ਲੈ ਕੇ ਆਇਆ, ਪ੍ਰੋਪਰ ਲੈਸਨ ਪਲੈਨਿੰਗ ਨਾਲ ਆਇਆ ਤਾਂ ਉਹਦੇ ਸਕਿੱਲਸ ਦੇ ਵਿੱਚ ਆਟੋਮੈਟਿਕਲੀ ਕੀ ਹੋਏਗਾ, ਹੁਨਰ ਦੇ ਵਿੱਚ ਕੀ ਹੋਏਗਾ, ਆਟੋਮੈਟਿਕਲੀ ਵਾਧਾ ਹੋਏਗਾ, ਡਿਵੈਲਪਮੈਂਟ ਹੋਏਗੀ। ਸਮੇਂ ਅਤੇ ਸ਼ਕਤੀ ਦੀ ਬੱਚਤ ਹੁੰਦੀ ਹੈ, ਸੇਵਿੰਗ ਟਾਈਮ ਐਂਡ ਐਨਰਜੀ ਹੋ ਜਾਂਦਾ ਹੈ। ਉਵੇਂ ਹੀ ਜਦੋਂ ਲੈਸਨ ਪਲਾਨ ਪ੍ਰੋਪਰ ਕੀਤਾ ਹੋਇਆ ਹੈ, ਕਲਾਸ ਦੇ ਵਿੱਚ ਆ ਕੇ ਡਾਇਰੈਕਟਲੀ ਪੜ੍ਹਾਉਣਾ ਹੈ, ਸਮੱਗਰੀ ਬਾਰੇ ਨੌਲੇਜ ਹੈ, ਸਮਰੀ ਤਿਆਰ ਹੈ, ਤਾਂ ਆਪਣੀ ਸਮੇਂ ਅਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ, ਅਧਿਆਪਕ ਦੀ ਵੀ ਅਤੇ ਬੱਚਿਆਂ ਦੀ ਵੀ। ਆਤਮ ਵਿਸ਼ਵਾਸ ਨਾਲ ਅਧਿਆਪਨ ਹੁੰਦਾ, ਸੈਲਫ ਕਾਨਫੀਡੈਂਸ ਟੀਚਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜਮਾਤ ਵਿੱਚ ਅਨੁਸ਼ਾਸਨ ਰਹਿੰਦਾ, ਡਿਸਪਲਿਨ ਇਨ ਕਲਾਸ ਰਹਿੰਦਾ, ਕਿਉਂਕਿ ਪ੍ਰੋਪਰ ਜਦੋਂ ਹਰੇਕ ਚੀਜ਼ ਹੁੰਦੀ ਹੈ ਪ੍ਰੋਪਰ ਟਾਈਮ 'ਤੇ ਆਉਣਾ, ਪ੍ਰੋਪਰ ਚੀਜ਼ ਪੜ੍ਹਾਉਣੀ, ਤਾਂ ਇੱਕ ਪ੍ਰੋਪਰ ਡਿਸਿਪਲਿਨ ਵੀ ਕਲਾਸ ਦੇ ਵਿੱਚ ਬਣਿਆ ਰਹਿੰਦਾ ਹੈ। ਗਿਆਨ ਦੀ ਦੁਹਰਾਈ, ਰਿਵੀਜ਼ਨ ਆਫ ਨੌਲੇਜ, ਪਿਛਲਾ ਜੋ ਪੜ੍ਹਾਇਆ ਉਹਦੀ ਰਿਵੀਜ਼ਨ ਹੁੰਦੀ ਰਹਿੰਦੀ ਹੈ। ਇਹਨਾਂ ਨਾਲ ਵੀ ਬੱਚੇ ਦਾ ਜਿਹੜਾ ਕੌਨਫੀਡੈਂਸ ਹੈ ਉਹ ਡਿਵੈਲਪ ਹੁੰਦਾ। ਮੁਲਾਂਕਣ, ਇਵੈਲੂਏਸ਼ਨ ਹੁੰਦਾ ਰਹਿੰਦਾ ਟਾਈਮ ਟੂ ਟਾਈਮ ਕਿ ਜੋ ਬੱਚੇ ਨੂੰ ਪੜ੍ਹਾਇਆ ਉਹ ਬੱਚੇ ਨੇ ਸਿੱਖਿਆ ਜਾਂ ਕਿਸ ਹੱਦ ਤੱਕ ਸਿੱਖਿਆ, ਉਹ ਵੀ ਸਾਰਾ ਚੀਜ਼ ਦੇ ਵਿੱਚ ਪਤਾ ਲੱਗਦੀ ਰਹਿੰਦੀ ਹੈ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਕਰਾਂਗੇ। ਜਿਹੜਾ ਚੈਪਟਰ ਆਪਣਾ ਹਾਫ ਰਹਿ ਗਿਆ ਉਹ ਆਪਾਂ ਇਸ ਨੂੰ ਕੱਲ੍ਹ ਕਵਰ ਕਰਾਂਗੇ।